ਅੰਮ੍ਰਿਤ ਸੁਨ ਪਈ ਮੁਖ ਲਾਗੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਬੱਬਲ ਮਟੌਰ ਤੇ ਤੁਸੀਂ ਦੇਖ ਰਹੇ ਹੋ ਕਮਿਊਨਿਟੀ ਮੈਟਰਸ ਵਿਦ ਬੱਬਲ ਮਟੌਰ ਦਾ ਇਹ ਬੇਹੱਦ ਖਾਸ ਹੋਣ ਵਾਲਾ ਐਪੀਸੋਡ ਸੰਗਤ ਟੈਲੀਵਿਜ਼ਨ ਦੇ ਲੰਡਨ ਸਟੂਡੀਓ ਤੋਂ। ਦੋਸਤੋ, ਰਹਿਬਰ-ਏ ਖਲਕਤ ਵਹੀ ਅਸਲ ਹੈ, रहबर खलकत वही असल है जो देकर गए पैगाम मोहब्बत। रहबर खलकत वही असल है जो देकर गए पैगाम मोहब्बत, और वो भी वज़ीर रहबर कहलाए, और वो भी वज़ीर रहबर कहलाए जिन्होंने पैगाम को पढ़ के सुनाया, जिन्होंने पैगाम को पढ़ के सुनाया। ਦੋਸਤੋ, ਅੱਜ ਸਾਡੇ ਸਟੂਡੀਓ ਦੇ ਵਿੱਚ ਕੁਝ ਇਸੇ ਹੀ ਤਰ੍ਹਾਂ ਦੇ ਅਜ਼ੀਮ ਕੀਰਤਨੀਏ ਆਏ ਹੋਏ ਹਨ ਜੋ ਕਿ ਗੁਰੂ ਸਾਹਿਬਾਨਾਂ ਦਾ, ਗੁਰਬਾਣੀ ਦਾ, ਮੁਹੱਬਤ ਦਾ ਪੈਗਾਮ ਤੇ ਸੱਚ ਦਾ ਹੋਕਾ ਸਾਡੇ ਤੱਕ ਪਹੁੰਚਾਉਂਦੇ ਹਨ ਤੇ ਸਾਡੇ ਮਨ ਸ਼ਾਂਤੀ ਤੇ ਆਨੰਦ ਦੇ ਨਾਲ ਭਰ ਜਾਂਦੇ ਹਨ। ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਸਭ ਤੋਂ ਪਹਿਲਾਂ ਸਵਾਗਤ ਕਰਨਾ ਚਾਹਾਂਗਾ ਭਾਈ ਹਰਚਰਨ ਸਿੰਘ ਜੀ ਖਾਲਸਾ ਜੀ ਦਾ, ਜੋ ਕਿ ਹਜੂਰੀ ਰਾਗੀ ਦੀ ਸੇਵਾ ਨਿਭਾਉਂਦੇ ਰਹੇ ਹਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ, ਤੇ ਨਾਲ ਭਾਈ ਦਵਿੰਦਰ ਸਿੰਘ ਜੀ ਸੋਢੀ ਜੀ ਲੁਧਿਆਣੇ ਵਾਲਿਆਂ ਦਾ, ਤੇ ਅਖੀਰ ਦੇ ਵਿੱਚ ਆਰਗੇਨਾਈਜ਼ਰ ਮਿਸਟਰ ਟੋਨੀ ਬੈਂਸ ਜੀ ਦਾ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਸਟੂਡੀਓ ਦੇ ਵਿੱਚ। ਤੁਸੀਂ ਸਾਨੂੰ ਸਮਾਂ ਦਿੱਤਾ ਗੱਲਬਾਤ ਕਰਨ ਦੇ ਲਈ, ਤੇ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਚਰਨ ਪਾ ਕੇ ਇਹਨੂੰ ਇੰਨਾ ਰੁਸ਼ਨਾ ਦਿੱਤਾ ਹੈ, ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਸਾਨੂੰ ਦੁਨਿਆਵੀ ਲਾਈਟਾਂ ਦੀ, ਬੱਤੀਆਂ ਦੀ ਤਾਂ ਸ਼ਾਇਦ ਜ਼ਰੂਰਤ ਹੀ ਨਹੀਂ ਸੀ। ਸੋ ਜੇ ਸ਼ੁਰੂਆਤ ਦੇ ਵਿੱਚ ਅਸੀਂ ਗੱਲ ਕਰੀਏ ਜੀ, ਤੁਹਾਨੂੰ ਗੁਰੂ ਕੇ ਕੀਰਤਨੀਏ ਹੋਣ ਦਾ ਬਹੁਤ ਵੱਡਾ ਇੱਕ ਰੁਤਬਾ, ਇੱਕ ਮਾਣ ਕਹਿ ਲਓ ਜਾਂਦਾ ਹੈਗਾ ਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਗੁਰੂ ਕੇ ਕੀਰਤਨੀਏ ਹੋਣ ਦਾ ਜੋ ਇੱਕ ਟਾਈਟਲ ਹੈ, ਇੱਕ ਜੋ ਰੁਤਬਾ ਹੈਗਾ ਆ, ਉਹਦੇ ਵਿੱਚ ਕਿੰਨਾ ਕੁ ਤੁਸੀਂ ਮਾਣ ਮਹਿਸੂਸ ਕਰਦੇ ਹੋ ਤੇ ਕਿੰਨੀ ਕੁ ਨਾਲ ਜ਼ਿੰਮੇਵਾਰੀ ਨੂੰ ਮਹਿਸੂਸ ਕਰਦੇ ਹੋ ਕਿ ਇਹਦੇ ਨਾਲ ਜੁੜੀ ਹੋਈ ਹੈ? ਜਿਹੜਾ ਗੁਰੂ ਦਾ ਕੀਰਤਨੀਆ ਹੋਣਾ, ਇਹ ਜਿੱਥੋਂ ਤੱਕ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਮੈਂ ਦੱਸਣਾ ਚਾਹੁੰਦਾ ਵੀ ਗੁਰੂ ਦਾ ਕੀਰਤਨੀਆ ਹੋਣਾ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਕੀਰਤਨੀਆ ਬਣਿਆ ਜਾਂਦਾ ਹੈ। ਗੁਰੂ ਦੀ ਰਹਿਮਤ ਹੋਵੇ ਤਾਂ ਜੀ, ਇਹਨਾਂ ਜਮਾਂਦਰੂ ਅਤੇ ਧੁਰ ਦਰਗਾਹੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਜਿਹਦੀ ਝੋਲੀ ਵਿੱਚ ਕੀਰਤਨ ਪੈਂਦਾ ਹੈਗਾ ਜੀ। ਦੁਨੀਆ ਦੇ ਵਿੱਚ ਬਹੁਤ ਲੋਕ ਹੈਗੇ ਆ ਜਿਹੜੇ ਲਗਨ ਵਾਲੇ ਵੀ ਹੈਗੇ ਆ ਤੇ ਵਧੀਆ ਵਧੀਆ ਸੰਗੀਤਕਾਰ ਵੀ ਹੈਗੇ ਆ, ਤੇ ਜਿਨ੍ਹਾਂ ਦੇ ਹਿੱਸੇ ਜਿਹੜਾ ਇੰਨਾ ਅਦਬ ਅਤੇ ਸਤਿਕਾਰ ਨਹੀਂ ਆਉਂਦਾ ਜੀ, ਜਿੰਨਾ ਮਾਣ ਸਤਿਕਾਰ ਗੁਰੂ ਦੇ ਕੀਰਤਨੀਆਂ ਨੂੰ ਬਖਸ਼ਿਆ ਜਾਂਦਾ ਹੈਗਾ ਜੀ। ਦੁਨੀਆ ਦੇ ਵਿੱਚ ਸੰਗੀਤਕਾਰ ਦੁਨੀਆ ਤੇ ਅੱਗੇ ਤੋਂ ਅੱਗੇ ਪਏ ਆ, ਪਰ ਜਿਹੜਾ ਸ਼ਬਦ ਗਾਉਣਾ ਵਾ ਸੰਗੀਤ ਬੱਧ ਕਰਕੇ ਗੁਰੂ ਦੀ ਬਾਣੀ ਗਾਉਣੀ, ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਜਿਹੜੀ ਆ ਸਾਰੇ ਜਗਤ ਨੂੰ ਹੀ ਦਿੱਤੀ ਹੈਗੀ ਆ। ਜਿਹੜਾ ਦੁਨੀਆ ਦੇ ਵਿੱਚ ਭਗਤੀ ਦਾ ਸਭ ਤੋਂ ਸੁਖੈਨ ਮਾਰਗ ਜਿਹੜਾ ਦੱਸਿਆ ਨਾ, ਤੇ ਹੈਗਾ ਇਹੀ ਸੁਖੈਨ ਮਾਰਗ, ਉਹ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕੀਰਤਨ ਦੱਸਿਆ ਹੈਗਾ ਜੀ। ਇਸੇ ਵਾਸਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੇ ਸੁਖਤ ਸਾਰੀ ਦੁਨੀਆ ਦਾ ਉਧਾਰ ਕੀਤਾ, ਸਾਰੀ ਦੁਨੀਆ ਦਾ ਭਲਾ ਕੀਤਾ ਜੀ, ਤੇ ਹਰ ਜਗ੍ਹਾ ਜਾ ਕੇ ਉਹਨਾਂ ਸੰਗੀਤਬੱਧ ਜਾ ਕੇ ਗੁਰਬਾਣੀ ਜਿਹੜੀ ਗਾਈ ਆ, ਤੇ ਗੁਰਬਾਣੀ ਦੇ ਨਾਲ ਹੀ ਸਾਰੀ ਮਨੁੱਖਤਾ ਦਾ ਭਲਾ ਕੀਤਾ ਜੀ। ਬੜੀ ਹੈਰਾਨੀ ਵਾਲੀ ਗੱਲ ਆ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਦੁਨੀਆ ਨੂੰ ਤਾਰਨ ਵਾਸਤੇ ਜਾਂਦੇ ਆ, ਜਿੰਨੇ ਵੀ ਗੁਰੂ ਦੇ ਮਹਾਨ ਸਿੱਖ ਉਸ ਸਮੇਂ ਦੇ ਇਤਿਹਾਸ ਵਿੱਚੋਂ ਲੱਭੀਏ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਤੇ ਆਪਣੀ ਇੱਕ ਮਿਲਣੀ ਦੇ ਵਿੱਚ ਹੀ ਉਹਨਾਂ ਦਾ ਅੱਗਾ ਪਿੱਛਾ ਜਿਹੜਾ ਸਾਹ ਸਵਾਰ ਦਿੱਤਾ ਹੈਗਾ। ਬਿਲਕੁਲ, ਭਾਵੇਂ ਉਹ ਸੱਜਣ ਠੱਗ ਹੋਵੇ, ਚਾਹੇ ਭੂਮੀਆ ਚੋਰ ਹੋਵੇ, ਚਾਹੇ ਉਹ ਕੌਡਾ ਰਾਖਸ਼ ਹੋਵੇ। ਕਮਾਲ ਦੀ ਗੱਲ ਆ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੀਰਤਨ ਦੇ ਵਿੱਚ, ਉਹਨਾਂ ਦੀ ਗੁਰਬਾਣੀ ਦੇ ਵਿੱਚ ਇੰਨਾ ਜ਼ਿਆਦਾ ਅਸਰ ਸੀਗਾ ਕਿ ਜਿੰਨੇ ਵੀ ਸਿੱਖ ਜਿਨ੍ਹਾਂ ਦੇ ਜੀਵਨ 'ਚ ਬਦਲਾਵ ਆਇਆ, ਮਹਾਰਾਜ ਦੀ ਬਖਸ਼ਿਸ਼ ਹੋ ਗਈ ਜਿਨ੍ਹਾਂ ਤੇ ਇੱਕੋ ਹੀ ਮਿਲਣੀ ਦੇ ਵਿੱਚ, ਅਤੇ ਗੁਰਬਾਣੀ ਦਾ ਇੱਕ ਇੱਕ ਦੋ ਦੋ ਪੰਕਤੀਆਂ, ਇੱਕ ਸ਼ਬਦ ਸੁਣ ਕੇ ਹੀ ਉਹਨਾਂ ਦਾ ਜੀਵਨ ਜਿਹੜਾ ਬਦਲ ਗਿਆ ਹੈਗਾ ਜੀ। ਕੀਰਤਨ ਬਾਰੇ ਕੀ ਦੱਸੀਏ ਜੀ, ਕੀਰਤਨ ਸੱਚਮੁੱਚ ਹੀ ਦੁਨੀਆ ਦੇ ਵਿੱਚ ਇੰਨਾ ਜ਼ਿਆਦਾ ਸੁਖੈਨ ਤਰੀਕਾ ਹੈਗਾ ਜਿਹੜਾ ਭਗਤੀ ਮਾਰਗ ਦਾ, ਆਤਮਿਕ ਸ਼ਾਂਤੀ ਦਾ, ਇਸ ਤੋਂ ਕੋਈ ਸੁਖੈਨ ਤਰੀਕਾ ਨਹੀਂ ਆ। ਭਗਤੀ ਲੋਕ ਬੜੇ ਤਰੀਕੇ ਨਾਲ ਕਰਦੇ ਹੈਗੇ ਆ,
ਜੰਗਲਾਂ ਵਿੱਚ ਉਸ ਵਕਤ ਹੁੰਦਾ ਸੀ ਨਾ ਵੀ ਘਰ ਤੇ ਆ ਕੇ ਤੇ ਜੰਗਲਾਂ 'ਚ ਭੱਜ ਜਾਣਾ, ਤੇ ਉਸ ਵਕਤ ਕਹਿੰਦੇ ਗ੍ਰਸਤ ਵਿੱਚ ਰਹਿ ਕੇ ਵੀ ਉਹ ਜਿਹੜਾ ਬੰਦਾ ਧਰਮੀ ਨਹੀਂ ਹੋ ਸਕਦਾ। ਮਹਾਰਾਜ ਨੇ ਕਿਹਾ ਨਹੀਂ, ਧਰਮੀ ਹੋ ਸਕਦਾ ਜੀ। ਮਹਾਰਾਜ ਨੇ ਸਾਰੀ ਦੁਨੀਆ ਦੇ ਵਿੱਚ ਜਾ ਕੇ ਕੀਰਤਨ ਅਤੇ ਕਥਾ ਕੀਤੀ ਤੇ ਸਾਰੀ ਦੁਨੀਆ ਦਾ ਪਾਰ ਉਤਾਰਾ ਕਰ ਦਿੱਤਾ। ਇੱਕ ਇੱਕ ਮਿਲਣੀ ਦੇ ਵਿੱਚ ਦੁਬਾਰਾ ਗੁਰੂ ਨਾਨਕ ਸਾਹਿਬ ਦੇ ਨਾਲ ਉਹਨਾਂ ਦਾ ਮਿਲਾਪ ਨਹੀਂ ਹੋਇਆ ਜੀ। ਅਸੀਂ ਹੁਣ ਸਾਰੀ ਜ਼ਿੰਦਗੀ ਸਿੱਖ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਜਾਂਦੇ ਆ, ਪਰ ਜਿਹੜੀ ਭਾਵਨਾ ਉਹਨਾਂ ਸਿੱਖਾਂ ਵਾਲੀ ਵੀ ਹੈ ਨਹੀਂ ਹੈ ਨਾ ਜੀ। ਕਿਉਂਕਿ ਸ਼ਬਦ ਤੇ ਗੁਰੂ ਦਾ ਅੱਜ ਵੀ ਉਹੀ ਵਰਤਦਾ ਹੈਗਾ ਜੀ। ਪਰ ਉਹਦੇ ਵਿੱਚ ਇਹ ਵੀ ਬੜੀ ਗੱਲ ਅਹਿਮੀਅਤ ਰੱਖਦੀ ਆ ਵੀ ਗੁਰੂ ਦਾ ਕੀਰਤਨੀਆ ਜਿਹੜਾ ਉਹ ਗੁਰੂ ਦੀ ਕਿੰਨੀ ਭੈ ਭਾਵਨੀ ਦੇ ਵਿੱਚ ਕੀਰਤਨ ਕਰਦਾ ਜੀ। ਤੇ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬਹੁਤ ਭੈ ਭਾਵਨੀ ਚ ਕਰਦਾ ਵਾਂ, ਇਹ ਜ਼ਰੂਰ ਗੱਲ ਹੈਗੀ ਆ ਵੀ ਜਿਹੜਾ ਗੁਰੂ ਦੀ ਭਾਵਨਾ ਰੱਖ ਕੇ ਗੁਰੂ ਦਾ ਕੀਰਤਨੀਆ ਕੀਰਤਨ ਕਰੇਗਾ ਉਹ ਕੀਰਤਨ ਦਾ ਜਿਹੜਾ ਅਸਰ ਆ ਸਾਰੀ ਸੰਗਤ ਵਿੱਚ ਹੋਏਗਾ ਜੀ। ਬਿਲਕੁਲ। ਇੱਥੋਂ ਤੱਕ ਵੀ ਉਹ ਕੀਰਤਨੀਏ ਤੇ ਪਹਿਲਾਂ ਆਪ ਦੇ ਅਸਰ ਹੋਵੇ ਫਿਰ ਸਾਰੀ ਦੁਨੀਆ ਤੇ ਕੀਰਤਨ ਦਾ ਅਸਰ ਹੋਵੇ ਜੀ। ਸੋ ਕੀਰਤਨ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ। ਦੁਨੀਆ ਦੇ ਵਿੱਚ ਸਭ ਤੋਂ ਉੱਤਮ ਰਸਤਾ ਜਿਹੜਾ ਅਧਿਆਤਮਿਕ ਮਾਰਗ ਦਾ, ਆਤਮਾ ਦੀ ਸ਼ਾਂਤੀ ਦਾ, ਗੁਰੂ ਦਾ ਕੀਰਤਨ ਹੈਗਾ ਜੀ। ਆਪਾਂ ਇਹ ਕਹਿ ਲਈਏ ਵੀ ਜਿਹਦੇ ਤੇ ਗੁਰੂ ਨਾਨਕ ਬਹੁਤ ਤਰੁੱਠਦੇ ਨੇ ਜੀ। ਉਹਨੂੰ ਕੀਰਤਨ ਦੀ ਦਾਤ ਦਿੰਦੇ ਨੇ, ਕੀ ਬਾਤ ਹੈ। ਜਿਹਦੇ ਤੇ ਬਹੁਤ ਖੁਸ਼ ਹੁੰਦੇ ਨੇ ਜੀ। ਤੇ ਜੇ ਆਪਾਂ ਇਤਿਹਾਸ ਵਿੱਚੋਂ ਵੀ ਦੇਖੀਏ, ਜਦੋਂ ਬਾਬਾ ਨਾਨਕ ਜੀ ਬਟਾਲੇ ਵਿਖੇ ਵਿਆਹਣ ਵਾਸਤੇ ਗਏ, ਬਰਾਤ ਗਈ ਜੀ। ਤੇ ਉਹਦੇ ਵਿੱਚ ਮਰਦਾਨਾ ਜੀ ਵੀ ਗਏ ਜੀ। ਹੁਣ ਵਿਆਹ ਸ਼ਾਦੀਆਂ ਤੇ ਜਾਣਾ ਤੇ ਗਾਣਾ ਉਸ ਦਾ ਕੰਮ ਸੀ, ਜੀ। ਪਰ ਅੱਜ ਗੁਰੂ ਨਾਨਕ ਜੀ ਉਹਨਾਂ ਤੇ ਤਰੁੱਠੇ ਹੋਏ ਸਨ। ਹਾਂਜੀ। ਕਹਿਣ ਲੱਗੇ ਮਰਦਾਨਿਆਂ ਤੇਰੇ ਤੇ ਸਾਡੀ ਬਹੁਤ ਖੁਸ਼ੀ ਹੈ, ਵੀ ਦੱਸ ਤੈਨੂੰ ਕੀ ਦਈਏ। ਜੀ। ਤੇ ਉਹ ਵੀ ਸੋਚਣ ਲੱਗੇ ਵੀ ਇਹ ਵੱਡੇ ਲੋਕ ਨੇ, ਅੱਗੇ ਜਾਣਾ ਗਾਣਾ ਤੇ ਮੰਗਦਾ, ਇਹਨਾਂ ਨੇ ਕੋਈ ਜ਼ਿਆਦਾ ਨਾ ਦੇਣਾ ਹੋਵੇ ਤੇ ਮੈਂ ਵੀ ਥੋੜਾ ਮੰਗ ਲਵਾਂ। ਤੇ ਉਹ ਕਹਿੰਦਾ ਪਾਤਸ਼ਾਹ ਜੀ ਜੋ ਤੁਸੀਂ ਆਪਣੀ ਮਰਜ਼ੀ ਨਾਲ ਦੇ ਦਿਓ। ਤੇ ਬਾਬਾ ਜੀ ਫਿਰ ਕਹਿੰਦੇ ਮੰਗ ਲੈ। ਕਹਿੰਦਾ ਜੀ ਤੁਸੀਂ ਆਪਣੀ ਮਰਜ਼ੀ ਨਾਲ ਦੇ ਦਿਓ, ਤੁਸੀਂ ਵੱਡੇ ਲੋਕ, ਕੋਈ ਜ਼ਿਆਦਾ ਨਾ ਦੇਣਾ ਹੋਵੇ, ਮੈਂ ਕਿਤੇ ਥੋੜਾ ਮੰਗ ਲਵਾਂ। ਤੇ ਬਾਬਾ ਨਾਨਕ ਜੀ ਕਹਿੰਦੇ ਚੱਲ ਫੇ ਮਰਦਾਨਿਆਂ ਤੈਨੂੰ ਕੀਰਤਨ ਦੀਆਂ ਦਾਤਾਂ ਦਿੱਤੀਆਂ। ਜੀ। ਤੇ ਸਾਖੀਕਾਰ ਇਹ ਵੀ ਲਿਖਦਾ ਹੈ ਵੀ ਬਾਬਾ ਜੀ ਨੇ ਜਿਹੜਾ ਵਿਆਹ ਵਾਲਾ ਚੋਲਾ ਪਾਇਆ ਹੋਇਆ ਸੀ ਉਹ ਮਰਦਾਨੇ ਨੂੰ ਦੇ ਦਿੱਤਾ। ਅੱਛਾ ਜੀ। ਤੇ ਨਾਲ ਸਮੱਤ ਵੀ ਦਿੱਤੀ, ਇਹ ਮੇਰਾ ਚੋਲਾ ਹੈ, ਇਹਦੀ ਝੋਲੀ ਹੁਣ ਕਿਸੇ ਹੋਰ ਅੱਗੇ ਨਾ ਵਿਛਾਈ। ਜੀ। ਬਿਲਕੁਲ। ਅੱਜ ਤੋਂ ਬਾਅਦ ਤੂੰ ਦੁਨੀਆ ਨੂੰ ਖੁਸ਼ ਕਰਨ ਵਾਸਤੇ ਨਹੀਂ, ਸੰਸਾਰ ਨੂੰ ਖੁਸ਼ ਕਰਨ ਵਾਸਤੇ ਨਹੀਂ, ਨਿਰੰਕਾਰ ਨੂੰ ਖੁਸ਼ ਕਰਨ ਵਾਸਤੇ ਗਾਉਣਾ ਹੈ। ਜੀ। ਸੱਚੀ ਜਿਵੇਂ ਭਾਈ ਸਾਹਿਬ ਜੀ ਤੁਹਾਨੂੰ ਦੱਸ ਰਹੇ ਸਨ, ਜਦੋਂ ਕੀਰਤਨੀਆਂ ਪੂਰੀ ਸ਼ਰਧਾ ਤੇ ਭਾਵਨਾ ਨਾਲ ਇੱਕਮਿਕ ਹੋ ਕੇ ਉਹਦਾ ਕੀਰਤਨ ਕਰਦਾ, ਸੰਸਾਰ ਵਿੱਚ ਝਾਤ ਮਾਰੀਏ ਜਿਨ੍ਹਾਂ ਨੇ ਸ਼ਰਧਾ ਤੇ ਪਿਆਰ ਨਾਲ ਕੀਰਤਨ ਕੀਤਾ ਹੈ, ਉਹਨਾਂ ਸੰਗਤਾਂ ਜੋੜੀਆਂ ਵੀ ਤੇ ਉਹਨਾਂ ਨੂੰ ਕੋਈ ਆਦਰ ਮਾਣ ਧਨ ਦੀ ਕੋਈ ਕਮੀ ਨਹੀਂ ਰਹੀ। ਜੀ। ਬਿਲਕੁਲ। ਬਿਲਕੁਲ। ਤੇ ਇੰਜ ਕਹਿ ਲਈਏ ਜੇ ਬਾਣੀ ਵਿੱਚੋਂ ਵੀ ਆਪਾਂ ਉਦਾਹਰਨ ਦੇਈਏ, ਜਿਹਦੇ ਅਤ ਚੰਗੇ ਭਾਗ ਤੇ ਪੂਰਬਲੀਆਂ ਕਮਾਈਆਂ ਹੋਣ ਜੀ, ਉਹਨੂੰ ਗਾਣ ਵਾਸਤੇ ਕੀਰਤਨ ਮਿਲਦਾ ਹੈ। ਜੀ। ਬਿਲਕੁਲ ਇੱਕ ਜੀ। ਨਾ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚ ਇੱਕ ਹੋਰ ਵੀ ਘਟਨਾ ਹੈਗੀ ਜਿਹੜੀ ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ ਵੀ ਮਹਾਰਾਜ ਜੀ ਜਦੋਂ ਮਨੁੱਖਤਾ ਦਾ ਭਲਾ ਕਰਦੇ ਕਿਸੇ ਜਗ੍ਹਾ ਤੇ ਪਹੁੰਚੇ, ਇੱਕ ਮੁਕਾਮ ਤੇ ਪਹੁੰਚੇ ਤੇ ਉੱਥੇ ਠਹਿਰੇ ਸੀ ਜੀ। ਤੇ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਇੱਕ ਸਿੱਖ ਅਤੇ ਗੁਰੂ ਦਾ ਨਾਤਾ ਤੇ ਹੈਗਾ ਹੀ ਆ, ਤੇ ਨਾਲ ਮਿੱਤਰ ਵੀ ਹੈਗੇ ਬਚਪਨ ਦੇ ਜੀ। ਤੇ ਜਿਵੇਂ ਦੋ ਮਿੱਤਰਾਂ ਦੇ ਵਿੱਚ ਕੋਈ ਮਾੜਾ ਮੋਟਾ ਸ਼ਿਕਵਾ ਗਲਾ ਤਾਂ ਰੰਜਿਸ਼ ਹੋ ਜਾਂਦੀ ਆ, ਤੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਕਿਤੇ ਬੈਠੇ ਤੇ ਸੰਗਤ ਨਾਲ ਬੈਠੀ ਸੀ ਤੇ ਕੋਈ ਥੋੜੀ ਜੀ ਰੰਜਿਸ਼ ਹੋਈ ਤੇ ਭਾਈ ਮਰਦਾਨਾ ਜੀ ਉੱਠ ਕੇ ਗੁਰੂ ਨਾਨਕ ਸਾਹਿਬ ਤੋਂ ਦੂਰ ਚਲੇ ਗਏ ਥੋੜਾ ਜਿਹਾ। ਜੀ। ਜਦੋਂ ਦੂਰ ਜਾ ਰਹੇ ਸੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਿੱਛੋਂ ਇੱਕ ਦੋ ਆਵਾਜ਼ਾਂ ਮਾਰੀਆਂ ਤੇ ਭਾਈ ਜੀ ਮੋੜ ਆਓ, ਆ ਜਾਓ, ਮੋੜ ਆਓ, ਕੋਈ ਗੱਲ ਨਹੀਂ। ਤੇ ਭਾਈ ਮਰਦਾਨਾ ਜੀ ਜਦੋਂ ਜਾ ਰਹੇ ਸੀ ਤੇ ਉਹ ਸੰਗਤ ਵਿੱਚੋਂ ਕੁਝ ਸਿੱਖ ਬੋਲੇ ਵੀ ਛੱਡੋ ਮਹਾਰਾਜ, ਜਾਣਦੇ ਹੋ ਤੁਸੀਂ ਕੀ ਲੈਣਾ, ਜਿੱਥੇ ਜਾਂਦਾ ਜਾਣਦੇ ਹੋ, ਆਪੇ ਘੁੰਮ ਫਿਰ ਕੇ ਫੇਰ ਮੁੜ ਕੇ ਇੱਥੇ ਆ। ਹਾਂਜੀ। ਤੇ ਉਹ ਸੂਰਜ ਪ੍ਰਕਾਸ਼ ਦੇ ਵਿੱਚ ਇੱਕ ਬਚਨ ਆਉਂਦਾ ਵੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ ਭਾਈ, ਮਰਦਾਨਾ ਨਿਤ ਰਬਾਬ ਜਾਵੇ, ਕੀਰਤਨ ਕਰਕੇ ਮੋਹਿ ਰਜਾਵੇ। ਕਹਿੰਦੇ ਮੇਰੇ ਮਾਪਿਆਂ ਤੋਂ ਬਿਨਾਂ, ਧੀਆਂ ਪੁੱਤਰਾਂ ਤੋਂ ਬਿਨਾਂ ਮੇਰਾ ਸਰ ਸਕਦਾ, ਦੁਨੀਆ ਤੋਂ ਬਿਨਾਂ ਸਰ ਸਕਦਾ, ਤੇ ਭਾਈ ਮਰਦਾਨੇ ਤੋਂ ਬਿਨਾਂ ਨਹੀਂ ਮੇਰਾ ਸਰ ਸਕਦਾ। ਮੈਂ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਕੀਰਤਨ ਕਰਦਾ ਵਾਂ, ਇੱਕ ਸੁਰ ਹੁੰਦਾ ਪਰਮੇਸ਼ਰ ਦੇ ਨਾਲ ਤੇ ਇਹਦੀ ਰਬਾਬ ਮੈਨੂੰ ਇੱਕ ਸੁਰ ਕਰਦੀ ਹੈਗੀ, ਇਹਦੇ ਤੋਂ ਬਿਨਾਂ ਨਹੀਂ ਮੇਰਾ ਸਰ ਸਕਦਾ। ਇਹ ਕੀਰਤਨੀਆਂ ਦਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਰਿਸ਼ਤਾ ਹੈਗਾ। ਇਹ ਦੇਖ ਲਓ ਨਾ। ਨਹੀਂ ਬਿਲਕੁਲ ਜੀ।
ਇਹ ਹੁਣ ਗੱਲ ਬਿਲਕੁਲ ਸਾਹਮਣੇ ਆ ਗਈ ਹੈ ਕਿ ਕਿਉਂ ਤੁਸੀਂ ਅਜ਼ੀਮ ਸ਼ਖਸੀਅਤਾਂ ਹੈਗੀਆਂ, ਕਿਉਂ ਵਾਹਿਗੁਰੂ। ਸੰਗਤ ਨੇ ਤੁਹਾਨੂੰ ਪਿਛਲੇ ਲੰਘੇ ਸਮੇਂ ਤੋਂ ਹੁਣ ਤੱਕ ਜੋ ਪਿਆਰ ਦੇ ਵਰਖਾ ਤੁਹਾਡੇ ਤੇ ਕਰਦੀ ਆ ਰਹੀ ਹੈ, ਉਹ ਇਸੇ ਕਰਕੇ ਹੈ। ਹੁਣ ਸਿੱਖਣ ਨੂੰ ਦੇਖੋ ਇਹੀ ਕੁਝ ਮਿਲਦਾ ਹੈਗਾ ਆ, ਜਿਸ ਤਰ੍ਹਾਂ ਤੁਸੀਂ ਕਿੰਨੀ ਖੂਬਸੂਰਤੀ ਦੇ ਨਾਲ ਵਿਦ ਐਗਜ਼ਾਮਪਲ ਇਤਿਹਾਸ ਦੇ ਵਿੱਚੋਂ ਕੱਢ ਕੇ ਬਿਲਕੁਲ ਰੱਖ ਦਿੱਤੀਆਂ ਹੈਗੀਆਂ ਕਿ ਕੀ ਭਾਵਨਾ ਕੀਰਤਨੀ ਦੀ ਹੋਣੀ ਚਾਹੀਦੀ ਹੈ। ਮੁੱਢ ਕਦੀਮੋਂ ਹੀ ਕੀ ਕੀਰਤਨੀਏ ਦੀ ਇੰਪੋਰਟੈਂਸ ਰਹੀ ਹੈ। ਗੁਰੂ ਨਾਨਕ ਦੇਵ ਜੀ ਦੀ ਲਾਈਫ ਦੇ ਵਿੱਚ ਵੀ ਉਹ ਕਿੰਨੀ ਵੱਡੀ ਇੰਪੋਰਟੈਂਸ ਸੀਗੀ। ਜੇ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਭਾਈ ਮਰਦਾਨਾ ਜੀ ਤੋਂ ਬਿਨਾਂ ਉਸ ਵਕਤ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਮੇਰਾ ਨਹੀਂ ਸਰਨਾ, ਹੈ ਨਾ, ਇਸੇ ਤਰ੍ਹਾਂ ਕੀਰਤਨ ਤੋਂ ਬਿਨਾਂ ਕਹਿ ਲਓ ਵੀ ਅੱਜ ਦੀ ਡੇਟ 'ਚ ਸੰਗਤ ਦਾ ਨਹੀਂ ਸਰ ਸਕਦਾ। ਉਹ ਤੁਹਾਡੇ ਇਹ ਵੀ ਗੱਲ ਹੈਗੀ, ਜੇ ਕੀਰਤਨੀਆਂ ਦਾ ਗੁਰੂ ਨਾਲ ਇਸ਼ਕ ਹੋ ਜੇ ਨਾ ਜੀ ਤੇ ਫਿਰ ਕੀਰਤਨੀਆਂ ਦਾ ਵੀ ਕੀਰਤਨ ਤੋਂ ਬਿਨਾਂ ਨਹੀਂ ਸਰ ਸਕਦਾ ਜੀ। ਬਿਲਕੁਲ, ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਉਹ ਪੈਗਾਮ ਹੈ ਮੁਹੱਬਤ ਹੈ, ਮੁਹੱਬਤ ਨਾਲੇ ਵੰਡਿਆ ਜਾਵੇ ਤੇ ਫੇਰ ਹੀ ਉਹ ਦੁੱਗਣਾ ਚੁੱਗਣਾ ਹੋਏਗਾ। ਨਹੀਂ, ਇਹੀ ਜਿਹੜੀ ਜ਼ਿੰਮੇਵਾਰੀ, ਅਹਿਸਾਸ, ਭਾਵਨਾ, ਇਹੀ ਐਕਚੁਅਲੀ ਮੈਂ ਪੁੱਛਣਾ ਚਾਹ ਰਿਹਾ ਸੀ। ਇੰਨਾ ਤਾਂ ਮੈਂ ਐਕਸਪੈਕਟ ਨਹੀਂ ਸੀ ਕੀਤਾ ਜਿੰਨਾ ਵਧੀਆ ਤਰੀਕੇ ਨਾਲ ਤੁਸੀਂ ਖੋਲ ਕੇ ਦੱਸਿਆ। ਅਸੀਂ ਅੱਗੇ ਆਨੇ ਆ ਜੀ ਕਿ ਤੁਸੀਂ ਹੁਣ UK ਦੇ ਵਿੱਚ ਆਤਮ ਰਸ ਕੀਰਤਨ ਦਰਬਾਰ ਕਰਨ ਲਈ ਆਏ ਹੋ। ਅਨਾਹਦ ਕੀਰਤਨ ਸੁਸਾਇਟੀ ਦਾ ਇਹ ਉਪਰਾਲਾ ਹੈਗਾ, ਇਨੀਸ਼ੀਏਟਿਵ ਹੈਗਾ। ਬੜਾ ਲੰਮਾ ਸਮਾਂ ਕੋਵਿਡ ਦਾ ਇੱਕ ਦੌਰ ਗੁਜ਼ਰਿਆ, ਲੋਕਡਾਊਨਸ ਦੇ ਦੌਰ ਗੁਜ਼ਰੇ ਹੈਗੇ ਹੈ, ਕੀਰਤਨੀਆਂ ਦੀ ਵੀ ਇਹੀ ਰੋਜੀ ਰੋਟੀ ਹੁੰਦੀ ਹੈਗੀ ਹੈ। ਸੋ ਖੈਰ, ਜੇ ਅਸੀਂ ਇਹ 'ਤੇ ਆਈਏ ਕਿ ਇੱਕ ਨਾ ਜਦੋਂ ਆਤਮ ਰਸ ਇੱਕ ਲਫ਼ਜ਼ ਮੇਰੇ ਮਾਈਂਡ ਵਿੱਚ ਆਉਂਦਾ, ਮੈਨੂੰ ਇੱਕ ਉਹ ਰੰਗ ਚੇਤੇ ਆ ਜਾਂਦਾ ਜਿਹੜਾ ਉਹ ਪੇਸ਼ਕਾਰੀ ਦਾ ਕਿ ਸਾਰੇ ਕੀਰਤਨੀਏ ਸਟੇਜ 'ਤੇ ਬੈਠੇ ਹੋਏ ਹੈ, ਇੱਕ ਜੁਗਲਬੰਦੀ ਟਾਈਪ ਦੇ ਵਿੱਚ 1 ਬਾਈ 1 ਆਪਣਾ ਉਹ ਜਿਹੜਾ ਪਾਰਟ ਹੈ ਪਲੇ ਕਰ ਰਹੇ ਆ। ਉਹ ਇੱਕ ਵੱਖਰਾ ਹੀ ਰੰਗ, ਇੱਕ ਹੋਰ ਹੀ ਲੈਵਲ ਦਾ ਇੱਕ ਜਿਹੜਾ ਕਹਿ ਲਓ ਵੀ ਆਨੰਦ ਵੱਜ ਜਾਂਦਾ। ਕਿਆ ਇਹ ਜੋ ਤੁਸੀਂ ਆਤਮ ਰਸ ਕੀਰਤਨ ਦਰਬਾਰ UK ਦੇ ਵਿੱਚ ਸਪੈਸ਼ਲੀ ਕਰਨ ਜਾ ਰਹੇ ਹੋ, ਇਹ ਉਸੇ ਤਰ੍ਹਾਂ ਦਾ ਰੰਗ ਹੋਏਗਾ ਜਾਂ ਤੁਹਾਡਾ ਕੋਈ ਆਪਣਾ ਵੱਖਰਾ ਵਿਲੱਖਣ ਕੋਈ ਰੰਗ ਪੇਸ਼ ਕਰੋਗੇ? ਨਹੀਂ, ਉਸੇ ਤਰ੍ਹਾਂ ਦਾ ਹੀ ਰੰਗ ਹੋਏਗਾ। ਇਹ ਜਿਵੇਂ ਤੁਸੀਂ ਗੱਲ ਕੀਤੀ 1999 ਦੀ ਜਦੋਂ ਵਿਸਾਖੀ ਸੀ ਜੀ, ਜਿਨ੍ਹਾਂ ਕੀਰਤਨੀਆਂ ਨੇ ਸ਼ੁਰੂ ਕੀਤਾ ਸੀ ਉਹਨਾਂ ਕੀਰਤਨੀਆਂ ਵਿੱਚ ਦਾਸ ਵੀ ਸੀ ਉਸ ਨਾਲ ਤੁਰਿਆ, ਜਿਹਦੇ ਵਿੱਚ ਭਾਈ ਹਰਬੰਸ ਸਿੰਘ ਜੀ, ਬਲਵਿੰਦਰ ਸਿੰਘ ਰੰਗੀਲਾ ਜੀ, ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਗੁਰਚਰਨ ਸਿੰਘ ਰਸੀਆ ਜੀ, ਅਨੂਪ ਸਿੰਘ, ਹੋਰ ਵੀ ਕੁਝ ਜਥੇ ਸਨ। ਜਦੋਂ ਇਹ ਸ਼ੁਰੂ ਹੋਇਆ, ਪਹਿਲਾਂ ਉਸ ਤੋਂ ਪਹਿਲਾਂ ਨਹੀਂ ਇਦਾਂ ਕਦੀ ਵੀ ਹੋਇਆ ਸੀ। ਹਾਂਜੀ, ਸਾਰੇ ਨਾਮਵਰ ਜਥੇ ਸੀ, ਸਾਰਿਆਂ ਨੂੰ ਸੰਗਤ ਜਾਣ ਸੀ, ਇੱਕ ਤੋਂ ਇੱਕ ਸੀ। ਹਾਂਜੀ, ਹਾਂਜੀ, ਪਰ ਟਾਈਮ ਥੋੜਾ ਹੁੰਦਾ ਸੀ। ਹਾਂਜੀ, ਥੋੜੇ ਟਾਈਮ 'ਚ ਇੰਨੇ ਜਥਿਆਂ ਨੇ ਸਭ ਕੁਝ ਸੰਗਤਾਂ ਨੂੰ ਸੁਣਾਉਣਾ ਹੁੰਦਾ ਸੀ। ਜੀ, ਜੀ। ਉਹ ਪਹਿਲਾ ਮੌਕਾ ਸੀ ਜਦੋਂ ਪੰਥ ਦੇ ਪ੍ਰਸਿੱਧ ਨਾਮਵਰ ਕੀਰਤਨੀ ਜਥੇ ਇੱਕੋ ਹੀ ਸਟੇਜ ਤੇ ਬਹਿ ਕੇ ਤੇ ਇਕੱਠੇ ਕੀਰਤਨ ਕਰਦੇ ਹੁੰਦੇ ਸੀ ਜੀ। ਤੇ ਦਾਸਰੇ ਨੇ ਉਹ ਸਾਰਾ ਮਾਹੌਲ ਦੇਖਿਆ, ਅਸੀਂ ਵਿੱਚ ਰਹਿ ਕੇ, ਕਿ ਸਿੱਖ ਸੰਗਤ ਵੇਖਣ ਵਾਸਤੇ ਆਉਂਦੀ ਹੁੰਦੀ ਸੀ ਵੀ ਜਦ ਹਰਬੰਸ ਸਿੰਘ ਹੁਣੀ, ਰੰਗੀਲਾ ਜੀ ਸਾਰੇ ਇਕੱਠੇ ਕਿੱਦਾਂ ਕਰਨਗੇ। ਜੀ, ਜੀ। ਤੇ ਜਦੋਂ ਇੱਕ ਕੀਰਤਨੀਆ ਕੀਰਤਨ ਕਰਦਾ ਸੀ ਤੇ ਦੂਸਰੇ ਪ੍ਰਮਾਣ ਦਿੰਦੇ ਸੀ, 2-2 4-4 ਤਬਲੇ ਸਾਰੇ ਇਕੱਠੇ ਲੈ ਕੇ ਬਹਿੰਦੇ ਸੀ, ਉਹ ਇੱਕ ਵੱਖਰਾ ਮਾਹੌਲ ਬਣ ਜਾਂਦਾ ਸੀ। ਬਿਲਕੁਲ ਜੀ, ਬਿਲਕੁਲ। ਕੀਰਤਨ ਕਿਸੇ ਨੇ ਕਰਨਾ, ਪ੍ਰਮਾਣ ਕਿਸੇ ਹੋਰ ਨੇ ਦੇਣਾ ਜੀ। ਤੇ ਮੈਨੂੰ ਯਾਦ ਆ 99 ਦੀ ਵਿਸਾਖੀ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸੀਂ ਤੁਰੇ ਸੀ ਜੀ, ਤੇ ਫੋਰਨ ਦੇ ਵਿੱਚ ਵੀ ਉਹ ਸਾਰੇ ਜਿਹੜੇ ਅਸੀਂ ਗਏ ਆ, ਕੈਨੇਡਾ, ਅਮਰੀਕਾ, ਇੱਧਰ ਸਾਰੇ ਜਗ੍ਹਾ ਉਹ ਗਏ ਤੇ ਉਹਦੇ ਵਿੱਚ ਵੇਖਣ ਵਾਸਤੇ ਬਹੁਤ ਕੁਝ ਮਿਲਿਆ ਜੀ। ਇੱਕ ਜੋ ਮੈਨੂੰ ਗੱਲ ਯਾਦ ਆ, ਸਾਰੇ ਰਾਗੀਆਂ ਨੂੰ ਪਤਾ ਆ, ਜਦੋਂ ਅਸੀਂ ਤੁਰਦੇ ਸੋਨੀਪਤ ਦੇ ਕੋਲ ਆਏ ਤੇ ਸਮਾਂ ਬਹੁਤ ਰਾਤ ਦਾ ਹੋ ਗਿਆ ਸੀ ਤੇ ਸੰਗਤਾਂ ਉਡੀਕ ਰਹੀਆਂ ਸੀ ਵੀ ਉਹਨਾਂ ਨੇ ਕੀਰਤਨ ਕਰਨਾ ਆ ਕੇ। ਤੇ ਉੱਥੇ ਬਹੁਤੇ ਹਿੰਦੂ ਸੰਗਤ ਸੀ, ਸਹਿਜਧਾਰੀ ਸੀ ਬਹੁਤ ਲੋਕ ਜੀ। ਉਹਨਾਂ ਨੇ ਗੁਰਦੁਆਰਾ ਬਣਾਇਆ ਹੋਇਆ ਸੀ ਤੇ ਦੀਵਾਨ ਲੱਗ ਗਿਆ ਤੇ ਉਦੋਂ ਵਿਸਾਖੀ ਦਾ ਪ੍ਰੋਗਰਾਮ ਸੀ ਤੇ ਲੋਕ ਜਕਾਰੇ ਵੀ ਬਹੁਤ ਬੁਲਾਉਂਦੇ ਸੀ ਜੀ। ਤੇ ਜਦੋਂ ਕੀਰਤਨੀ ਜਿੱਥੇ ਸਾਰੇ ਬੈਠ ਗਏ, ਜਕਾਰਿਆਂ ਨਾਲ ਗੂੰਜਿਆ ਹਾਲ ਤੇ ਇੱਕ ਬੱਚੇ ਨੇ ਜਕਾਰਾ ਬੁਲਾਇਆ, ਰਾਗੀ ਸਤੇ ਸਾਰੇ ਬਹਿ ਗਏ ਤੇ ਇੱਕ ਬਜ਼ੁਰਗ ਨੇ ਨਾ ਬੜੇ ਬਰਾਗ ਵਿੱਚ ਉੱਠ ਕੇ ਕਿਹਾ ਵੀ ਮੇਰੇ ਇਸ ਬੱਚੇ ਦੇ ਮੂੰਹ ਵਿੱਚ ਜ਼ੁਬਾਨ ਨਹੀਂ ਹੈਗੀ ਸੀ। ਅੱਛਾ ਜੀ। ਹਾਂਜੀ। ਤੇ ਅੱਜ ਤੋਂ ਬਾਅਦ ਇਹ ਪਹਿਲਾਂ ਕਦੀ ਵੀ ਬੋਲਿਆ ਨਹੀਂ ਸੀ। ਅੱਛਾ ਜੀ। ਤੇ ਅੱਜ ਪਹਿਲੀ ਵਾਰੀ ਇਹ ਸੰਗਤ ਦੇ ਵਿੱਚ ਇਹਨੇ ਜਕਾਰਾ ਬੁਲਾਇਆ। ਕੀ ਬਾਤ ਹੈ। ਹਾਂਜੀ। ਹੋਰ ਐਸੇ ਬਹੁਤ ਯਾਦਗਾਰੀ ਪਲ ਨੇ ਜਿਹੜੇ ਉਸ ਆਤਮਰਸ ਕੀਰਤਨ ਦਰਬਾਰ ਦੇ ਬਹੁਤ ਵੱਡੀ ਆਪਣੀ ਪਹਿਚਾਣ ਛੱਡ ਗਿਆ। ਅੱਜ ਤੱਕ ਤੁਸੀਂ ਦੇਖੋ ਜਗ੍ਹਾ ਜਗ੍ਹਾ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਕੀਰਤਨੀ ਜਥੇ ਇਕੱਠੇ ਹੋ ਕੇ ਬਹਿੰਦੇ ਨੇ ਤੇ ਆਤਮਰਸ ਜਿਹੜਾ ਅਸੀਂ ਉਦੋਂ ਨਾਮ ਰੱਖਿਆ ਸੀ, ਉਹ ਸ਼ਬਦ ਵੀ ਟੈਕਸਲਾ ਵਿੱਚ ਸਭ ਤੋਂ ਪਹਿਲਾਂ ਰਿਕਾਰਡਿੰਗ ਹੋਈ ਸੀ ਤੇ ਸ਼ਬਦ ਵੀ ਦਾਸ ਨੇ ਗਾਇਆ ਸੀ। ਅੱਛਾ। ਆਤਮਰਸ ਜੇ ਜਾ ਨਹੀਂ, ਉਹ ਸ਼ਬਦ ਮੈਂ ਗਾਇਆ ਸੀ। ਜੀ। ਹੋਰ ਸਾਰੇ ਰਾਗੀ ਜਿੱਥੇ ਨਾਲ ਸੀ ਸਾਡੇ ਪੰਥ ਦੇ ਪ੍ਰਸਿੱਧ, ਉਹ ਜਿਹੜੀ ਹੁਣ ਤੱਕ ਉਹ ਜਿਹੜੀ ਉਸੇ ਤਰ੍ਹਾਂ ਮਰਜ਼ਾਦਾ ਚੱਲਦੀ ਆਂਦੀ ਰਾਗੀ ਜਿੱਥੇ ਨਿਭਾਉਂਦੇ ਆਂਦੇ ਆ। ਤੇ ਇੰਗਲੈਂਡ ਵਿੱਚ ਵੀ ਹੁਣ ਜਗਵਿੰਦਰ ਸਿੰਘ, ਟੋਨੀ ਵੈਂਸ,
ਜੀ ਭਾਈ ਗੁਰਰਾਜਨ ਸਿੰਘ ਜੀ, ਜੀ ਇਹਨਾਂ ਨੇ ਉਪਰਾਲਾ ਕੀਤਾ, ਅੱਗੇ ਵੀ ਉਪਰਾਲੇ ਕਰਦੇ ਰਹਿੰਦੇ ਨੇ। ਜੀ ਤੇ ਮੈਂ ਸਮਝਦਾ ਵੀ ਆ ਜਿਹੜੀ ਵਿੱਚ ਬਿਮਾਰੀ ਆ ਗਈ ਸੀ ਆਪਣੀ, ਜੀ। ਉਦੋਂ ਬਾਅਦ ਇਹ ਏਡਾ ਵੱਡਾ ਤੁਹਾਡੇ ਯੂਕੇ ਵਿੱਚ ਪਹਿਲਾ ਪ੍ਰੋਗਰਾਮ ਹੋਏਗਾ। ਜੀ ਬਿਲਕੁਲ ਜੀ। ਔਰ ਐਨੀ ਜਦੋਂ ਕਹਿ ਲਓ ਨਾ ਓੜਾ ਮਾਰੀ ਧਰਤੀ ਹੁੰਦੀ ਹੈ, ਫਿਰ ਆਤਮ ਰਸ ਜਿਹੜਾ ਮਹਾਨ ਠੀਕ। ਆਤਮ ਰਸ ਹੈ ਗੁਰਬਾਣੀ ਦੀ, ਉਹਦੀ ਵਰਖਾ ਤਾਂ ਲਾਜ਼ਮੀ ਹੀ ਜੀ ਸੀ। ਜੀ ਜੀ ਜੇ ਅਸੀਂ ਤੁਹਾਡੇ ਵੱਲ ਆ ਜਾਈਏ ਬੈਂ ਸਾਹਿਬ, ਤੁਸੀਂ ਇਹ ਆਰਗੇਨਾਈਜ਼ ਕਰਨ ਦਾ ਕਿਸ ਤਰ੍ਹਾਂ ਸੋਚਿਆ? ਕਿਉਂਕਿ ਸੰਗਤ ਦੀ ਡਿਮਾਂਡ ਤਾਂ ਸੀਗੀ ਹੀ, ਹੈ ਨਾ, ਗੁਰਰਾਜਨ ਸਿੰਘ ਜੀ ਦੇ ਨਾਲ ਤੁਸੀਂ, ਉਹ ਬਿਲਕੁਲ। ਖੁਦ ਇੱਕ ਬਿਹਤਰੀਨ ਤਬਲਾ ਵਾਦਕ ਹੈਗੇ ਹਾਂਜੀ। ਹੈ ਨਾ, ਕਿਸ ਤਰ੍ਹਾਂ ਤੁਸੀਂ ਇਹ ਸਾਰਾ ਆਰਗੇਨਾਈਜ਼ ਕੀਤਾ, ਫਿਰ ਜੱਥੇ ਨਾਲ ਤੁਸੀਂ ਤੋਰੇ ਆਪਣੇ ਤੇ ਪ੍ਰੋਗਰਾਮ ਉਹ ਲਿਖਿਆ? ਕੁਦਰਤੀ ਗੁਰਰਾਜਨ ਹੋਣਾ ਨਾਲ ਸਾਡਾ ਪਿਆਰ ਹੈ, ਜਿਸ ਜੀ। ਤਰ੍ਹਾਂ ਤੁਸੀਂ ਜ਼ਿਕਰ ਕੀਤਾ, ਤਬਲਾ ਵੀ ਬਹੁਤ ਸੋਹਣਾ ਵਜਾਉਂਦੇ ਨੇ। ਸੋ ਇਸੇ ਤਰ੍ਹਾਂ ਸਾਡੀਆਂ ਗੱਲਾਂ ਚੱਲ ਪਈਆਂ ਸੀ ਕਿ ਵੀ ਆਪਾਂ ਕਰਨਾ ਹੈਗਾ, ਮਨ 'ਚ ਇਹੀ ਤੇ ਆਇਆ ਸੀ ਵੀ ਕਰਨਾ। ਜੀ ਕਿਉਂਕਿ ਜਿੱਦਾਂ ਭਾਈ ਸਾਹਿਬ ਉਹਨਾਂ ਨੇ ਜ਼ਿਕਰ ਕੀਤਾ ਸੀ, ਜਦੋਂ ਤੁਸੀਂ ਆਤਮ ਰਸ ਦੀ ਗੱਲ ਕਰ ਰਹੇ 1999 ਵਿੱਚ, ਜੀ। ਜਦੋਂ ਪਹਿਲੀ ਦਫਾ ਇਹ ਫੁੱਲਾਂ ਦਾ ਗੁਲਦਸਤਾ ਜੀ ਗੁਰੂ ਸਾਹਿਬ ਨੇ ਇਕੱਠਾ ਬਿਠਾ ਕੇ ਹਾਂਜੀ। ਸਟੇਜ ਤੇ ਉਹਦੀ ਮਹਿਕ, ਬਿਲਕੁਲ ਜਦੋਂ ਮੇਰੀ ਖੁਦ ਦੀ ਪਰਸਨਲ ਐਕਸਪੀਰੀਅੰਸ, ਮੈਂ ਉਹ ਦੇਖਿਆ, ਜਦੋਂ ਉਹ ਦੇਖ ਕੇ ਫਿਰ ਮੈਂ ਵੈਂਕੂਵਰ ਦੇਖਿਆ, ਉਹ ਹਾਂਜੀ, ਅੱਛਾ ਜੀ, ਬਹੁਤ ਵਧੀਆ ਉੱਥੇ ਹੋਇਆ। ਸਰੀ ਵੀ ਹੋਇਆ ਸੀ। ਅੱਛਾ ਜੀ, ਜਦੋਂ ਉੱਥੇ ਦੇਖੇ, ਉਦੋਂ ਫਿਰ ਮੈਂ ਭਾਈ ਸਾਹਿਬ ਉਹਨਾਂ ਨਾਲ ਸੰਪਰਕ ਕੀਤਾ ਸੀਗਾ। ਮੈਂ ਕਿਹਾ ਸਾਨੂੰ ਵੀ ਮੌਕਾ ਦਿਓ, ਜੀ ਇੰਗਲੈਂਡ ਦੀ ਧਰਤੀ ਦੇ ਉੱਤੇ ਵੀ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਬਖਸ਼ੋ। ਅਸੀਂ ਵੀ ਚਾਹੁੰਦੇ ਕਿ ਵੀ ਤੁਸੀਂ ਸਾਰੇ ਜਥੇ ਇਕੱਠੇ ਹੋ ਕੇ ਇੱਥੇ ਆਓ। ਜੀ ਤਾਂ ਉਦੋਂ ਪਹਿਲੀ ਦਫਾ ਅਸੀਂ 2004 ਦੇ ਵਿੱਚ ਇਹ ਆਰੰਭ ਕੀਤਾ ਸੀਗਾ, ਅੱਛਾ ਯੂਕੇ ਦੇ ਵਿੱਚ। ਯੂਕੇ ਦੇ ਵਿੱਚ ਅੱਛਾ। 2004 ਦੇ ਵਿੱਚ। ਜੀ ਜੀ ਉਹਦੇ ਵਿੱਚ 4 ਜਥੇ ਸੀਗੇ। ਜੀ ਉਸ ਤੋਂ ਲੈ ਕੇ ਬਸ ਇਸੇ ਤਰ੍ਹਾਂ ਲੜੀ ਚੱਲਦੀ ਆ ਰਹੀ ਆ। ਜੀ ਸਾਡੀ ਕੋਸ਼ਿਸ਼ ਹੀ ਰਹਿੰਦੀ ਹੈ, ਕਿਉਂਕਿ ਸੰਗਤ ਦੀ ਡਿਮਾਂਡ, ਸੰਗਤ ਦੀ ਮੰਗ ਜੀ ਰਹਿੰਦੀ ਹੈ, ਕਿਉਂਕਿ ਭੁੱਖ ਰਹਿੰਦੀ ਸੰਗਤ ਦੇ ਵਿੱਚ। ਜੀ ਜੀ ਆਪਾਂ ਕੋਸ਼ਿਸ਼ ਇਹੀ ਰੱਖੀਦਾ ਕਿ ਬਈ ਸੰਗਤ ਦਾ ਹੁਕਮ, ਜੀ ਜੀ ਹੁਣ ਵੀ ਜਿੱਦਾਂ ਸੰਗਤ ਨੇ ਸਾਡੇ ਤੇ ਬੇਨਤੀਆਂ ਕਰ ਰਹੇ ਸੀ ਕਿ ਵੀ ਕਦੋਂ ਹੋ ਰਿਹਾ ਪ੍ਰੋਗਰਾਮ, ਜੀ। ਕਦੋਂ ਤੁਸੀਂ ਕਰ ਰਹੇ ਆ, ਕੁਝ ਹੋ ਰਿਹਾ ਹੈ। ਜੀ ਤੇ ਜੀ ਸਿਚੁਏਸ਼ਨ ਦੇ ਹਿਸਾਬ ਨਾਲ ਅਸੀਂ ਫਿਰ ਇਹੀ ਐਨਾਲਾਈਜ਼ ਕੀਤਾ ਕਿ ਬਈ ਸਾਨੂੰ ਇਹ ਸੰਗਤ ਗੁਰੂ ਸਾਹਿਬ ਖੁਦ ਹਾਂਜੀ ਹਾਂਜੀ ਕਹਾ ਰਹੇ ਆ, ਬਿਲਕੁਲ ਬਿਲਕੁਲ। ਹੁਣ ਆਪ ਹੀ ਸਮਝ ਲਓ। ਹਾਂਜੀ ਹਾਂਜੀ, ਨਹੀਂ ਬਿਲਕੁਲ ਜੀ, ਤੁਸੀਂ ਵਧਾਈ ਦੇ ਪਾਤਰ ਹੋ, ਗੁਰਰਾਜਨ ਸਿੰਘ ਜੀ ਵਧਾਈ ਦੇ ਪਾਤਰ ਹੋ ਕਿ ਤੁਸੀਂ ਇਹ ਐਫਰਟ ਕੀਤਾ ਹੈਗਾ ਆ। ਸੋ ਅੱਗੇ ਇੱਕ ਗੱਲ ਆ ਜਾਂਦੀ ਹੈ ਕਿ ਤੁਸੀਂ ਇਹ ਸੋਚਿਆ, ਕੋਵਿਡ ਦੇ ਦੌਰਾਨ ਵੀ ਸੋਚਿਆ, ਸੰਗਤਾਂ ਦੀ ਵੀ ਬੜੀ ਡਿਮਾਂਡ ਸੀਗੀ, ਹੈ ਨਾ, ਜੀ। ਕਿ ਆਤਮ ਰਸ ਕੀਰਤਨ ਹੋ ਸਕੇ। ਸੋ ਮੈਂ ਆਪਣੇ ਦਰਸ਼ਕਾਂ ਨੂੰ ਵੀ ਇਹ ਦੱਸਣਾ ਚਾਹਨਾ ਕਿ ਸਾਡੀ ਟੀਵੀ ਸਕਰੀਨ ਤੇ ਅਸੀਂ ਜਿਹੜਾ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਜੋ ਭਾਈ ਸਾਹਿਬ ਦਾ ਆਤਮ ਰਸ ਕੀਰਤਨ ਦਰਬਾਰ ਦਾ ਜੋ ਸਕੈਜੂਲ ਹੈ ਉਹ ਅਸੀਂ ਰਿਪੀਟ ਕਰੀਏ, ਫਲੈਸ਼ ਕਰੀਏ ਸਕਰੀਨ ਤੇ, ਤਾਂ ਕਿ ਤੁਹਾਨੂੰ ਸਮਾਂ, ਤਾਰੀਖ ਤੇ ਵੈਨਿਊ ਜੋ ਹੈ ਤੁਸੀਂ ਨੋਟ ਕਰੋ। ਤੇ ਅਸੀਂ ਤੁਹਾਨੂੰ ਆਪਣੇ ਵੱਲੋਂ ਇਹ ਅਪੀਲ ਕਰਦੇ ਹਾਂ, ਸੰਗਤ ਟੀਵੀ ਵੀ ਤੁਹਾਨੂੰ ਆਪਣੇ ਵੱਲੋਂ ਅਪੀਲ ਕਰਦਾ ਹੈਗਾ ਕਿ ਤੁਸੀਂ ਹੁਮਾ ਕੇ ਪਹੁੰਚੋ। ਸੋ ਤੁਸੀਂ ਆਪਣੀਆਂ ਹਾਜ਼ਰੀਆਂ ਜ਼ਰੂਰ ਲਵਾਓ। ਇਹ ਕੋਸ਼ਿਸ਼ ਹੀ ਹੁੰਦੀ ਹੈ, ਕਿਉਂਕਿ ਇਹ ਜੋ ਪ੍ਰੋਗਰਾਮ ਸੀ ਉਲੀਕਦੇ ਆ ਜੀ ਸੰਗਤ ਵਾਸਤੇ। ਮੈਂ ਇੱਕ ਚੀਜ਼ ਦੀ ਬੇਨਤੀ ਕਰਨਾ ਚਾਹੁੰਦਾ ਜੀ ਬਿਲਕੁਲ ਜੀ, ਕਿ ਅਸੀਂ ਦੁਨਿਆਵੀ ਖੁਸ਼ੀਆਂ ਬਹੁਤ ਮਨਾਉਂਦੇ ਆ ਤੇ ਮਨਾਉਣੀਆਂ ਵੀ ਚਾਹੀਦੀਆਂ ਹਨ, ਜੀ ਪਰ ਜਿਹੜੀਆਂ ਅਸਲ ਗੁਰੂ ਸਾਹਿਬ ਦੀਆਂ ਖੁਸ਼ੀਆਂ, ਮੈਂ ਉਹ ਜ਼ਰੂਰ ਬੇਨਤੀ ਕਰਦਾ ਸੰਗਤਾਂ ਨੂੰ ਕਿ ਜ਼ਰੂਰ ਪਰਿਵਾਰਾਂ ਸਮੇਤ ਪਹੁੰਚੋ। ਜੀ ਕਿ ਜਿਹੜਾ ਸਟੇਜ ਦੇ ਉੱਤੇ ਤੁਸੀਂ ਆਨੰਦ ਦੇਖੋਗੇ, ਜੀ ਟੀਵੀ ਦੇ ਜ਼ਰੀਏ ਉਹ ਆਨੰਦ ਵੱਖਰਾ, ਪਰ ਜਿਹੜਾ ਤੁਸੀਂ ਬੈਠ ਕੇ ਗੁਰੂ ਸਾਹਿਬ ਦੇ ਹਜ਼ੂਰੀ ਦੇ ਵਿੱਚ, ਉਹ ਜੀ। ਆਨੰਦ ਉਹਦਾ ਵੱਖਰਾ। ਆਪਾਂ, ਮੈਂ ਇਹ ਨਹੀਂ ਕਹਿੰਦਾ ਖੁਸ਼ੀਆਂ ਜ਼ਰੂਰ ਮਨਾਓ, ਪਰ ਜਿਹੜੀਆਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਆ, ਆਪਾਂ ਉਹਨਾਂ ਦੇ ਵਿੱਚ ਜ਼ਰੂਰ ਧਿਆਨ ਦਈਏ ਕਿ ਬਈ ਇਹੀ ਅਸਲ ਖੁਸ਼ੀ ਆ, ਇਹੀ ਮਨਾਉਣਾ ਸਫਲ ਆ। ਜੀ 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 ਬਿਲਕੁਲ ਜੀ। ਜਿਸ ਤਰ੍ਹਾਂ ਤੁਸੀਂ ਆਰਗੇਨਾਈਜ਼ਰ ਹੋ ਜੀ, ਤੁਹਾਡੇ ਕੋਲੋਂ ਮੈਂ ਪੁੱਛਣਾ ਚਾਹੁੰਦਾ ਕਿ ਇਹ ਪ੍ਰੋਗਰਾਮ ਲਾਈਵ ਵੀ ਜਾਣਗੇ, ਜਿਸ ਤਰ੍ਹਾਂ ਸੰਗਤ ਟੀਵੀ ਤੇ ਹੈ, ਤੁਸੀਂ ਇਹ ਵੀ ਆਰਗੇਨਾਈਜ਼ ਕਰ ਰਹੇ ਹੋ ਨਾਲ? ਹਾਂਜੀ, ਅੱਛਾ ਜੀ। ਹਾਂਜੀ, ਕੋਸ਼ਿਸ਼ ਇਹ ਹੁੰਦੀ ਕਿ ਬਈ ਜਿੱਦਾਂ ਹੁਣ ਇੰਗਲੈਂਡ ਆ, ਇੰਗਲੈਂਡ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਕਿ ਸਾਰੇ ਇੰਗਲੈਂਡ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਿ ਜੀ। ਕੋਈ ਸੰਗਤ ਕਿਤੇ ਰਹਿ ਨਾ ਜਾਵੇ। ਅੱਛਾ ਜੀ ਇਹ ਤਾਂ ਪੋਸੀਬਲ ਨਹੀਂ ਹੈ ਕਿ ਅਸੀਂ ਸਾਰੇ ਪਾਸੇ ਜਾ ਸਕੀਏ, ਜੀ ਜੀ ਪਰ ਕੋਸ਼ਿਸ਼ ਇਹੀ ਹੁੰਦੀ ਹੈ ਕਿ ਵੀ ਆਪਾਂ ਸਾਊਥ ਤੋਂ ਲੈ ਕੇ ਮਿਡਲੈਂਡਸ ਤੋਂ ਲੈ ਕੇ ਆਪਾਂ ਫਿਰ ਨਾਰਥ, ਜੀ ਜਿੱਥੇ ਜਿੱਥੇ ਸੰਗਤ ਦੀ ਮੰਗ ਆ। ਜੀ ਕਈ ਸੰਗਤ ਨਿਰਾਸ਼ ਵੀ ਹਨ ਕਿ ਵੀ ਨਹੀਂ ਸਾਨੂੰ ਪ੍ਰੋਗਰਾਮ ਐਤਕੀ ਮਿਲਿਆ, ਪਰ ਅਸੀਂ ਜੀ। ਕੋਸ਼ਿਸ਼ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਸ਼ਹਿਰਾਂ ਤੱਕ ਅਸੀਂ ਨਹੀਂ ਐਤਕੀ ਜਾ ਸਕੇ, ਜੀ
ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਕੋਲ ਜ਼ਰੂਰ ਅਸੀਂ ਜਾਵਾਂਗੇ ਜੀ। ਠੀਕ ਹੈ ਜੀ। ਸੋ ਬੇਸਿਕਲੀ ਜੋ ਵੀ ਤੁਹਾਡਾ ਸਕੇਜੂਲ ਹੈਗਾ ਆ, ਜੀ। ਸੋ ਉਹ ਸਾਰਾ ਸਕੇਜੂਲ ਜਿਹੜਾ ਤੁਹਾਡਾ ਜਿੱਥੇ ਵੀ ਕੀਰਤਨ ਹੋਏਗਾ ਉਹ ਲਾਈਵ ਚੱਲੇਗਾ ਸੰਗਤ ਟੀਵੀ ਤੇ। ਹਾਂਜੀ। ਸੋ ਬੇਸਿਕਲੀ ਇਹ ਬੜੀ ਵਧੀਆ ਗੱਲ ਤੁਸੀਂ ਕੀਤੀ ਹੈ, ਨਵਾਂ ਐਲੀਮੈਂਟ ਐਡ ਕੀਤਾ ਕਿ ਹੁਣ ਜਿਹੜੇ ਬਜ਼ੁਰਗ ਜਾਂ ਕਹਿ ਲਓ ਨਹੀਂ ਵੀ ਜਿਹੜੇ ਪੜ ਸਕਦੇ, ਜੀ। ਉਹ ਵੀ ਘਰੇ ਬੈਠ ਕੇ ਲਾਈਵ ਜਿਹੜਾ ਇਹ ਆਤਮ ਰਸ ਕੀਰਤਨ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ। ਅੱਛਾ ਭਾਈ ਸਾਹਿਬ ਜੀ, ਜੇ ਸੰਖੇਪ ਦੇ ਵਿੱਚ ਮੈਂ ਤੁਹਾਡੇ ਕੋਲ ਇੱਕ ਚੀਜ਼ ਜਾਣਨੀ ਚਾਹਾਂ ਕਿ ਅੱਜ ਕੱਲ੍ਹ ਥੋੜ੍ਹਾ ਜਿਹਾ ਟ੍ਰੈਂਡ ਚੇਂਜ ਹੋ ਰਿਹਾ, ਜਿਸ ਤਰ੍ਹਾਂ ਕੀਰਤਨ ਸਿੱਖਣਾ ਸ਼ਾਇਦ ਪਹਿਲਾਂ ਦੇ ਮੁਕਾਬਲੇ ਥੋੜ੍ਹਾ ਜਿਹਾ ਈਜ਼ੀ ਹੋ ਗਿਆ ਕਿ ਟੈਕਨੋਲੋਜੀ ਦੇ ਕਰਕੇ, ਆਈਪੈਡਸ ਦੇ ਕਰਕੇ ਹੁਣ YouTube ਤੇ ਆਨਲਾਈਨ ਕਲਾਸਿਸ ਵੀ ਮਿਲ ਜਾਂਦੀਆਂ, ਤਬਲੇ ਦੀਆਂ, ਜੋੜੀ ਦੀਆਂ, ਹਾਰਮੋਨੀਅਮ ਦੀਆਂ ਮਿਲ ਜਾਂਦੀਆਂ ਹੈਗੀਆਂ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਆ ਤੁਸੀਂ ਉਹ ਮਾਹੌਲ ਮਿਸ ਕਰਦੇ ਹੋ ਜਿਹੜਾ ਪਹਿਲਾਂ ਕਿ ਗੁਰੂ ਚੇਲੇ ਦਾ, ਉਸਤਾਦ ਦਾ, ਸ਼ਾਗਿਰਦ ਦਾ ਇੱਕ ਮਾਹੌਲ ਹੁੰਦਾ ਸੀ, ਡਿਸਪਲਿਨ ਹੁੰਦਾ ਸੀਗਾ, ਸਿੱਖਣਾ ਹੁੰਦਾ ਸੀ, ਉਹ ਇੱਕ ਵੱਖਰਾ ਹੀ ਔਰਾ ਹੁੰਦਾ ਸੀ। ਤੁਸੀਂ ਕਿਸ ਤਰ੍ਹਾਂ ਇਸ ਦੋਨੋਂ ਚੀਜ਼ਾਂ ਨੂੰ ਦੇਖਦੇ ਹੋ? ਮਾਹੌਲ ਦੇ ਨਾਲ ਸਭ ਕੁਝ ਬਦਲ ਜਾਂਦਾ। ਚਲੋ ਇਹ ਸਾਨੂੰ ਸੌਖਾ ਹੋ ਗਿਆ ਥੋੜਾ ਜਿਹਾ। ਦੂਰ ਦਰੇਡੇ ਕੋਈ ਬੈਠਾ ਆ, ਦੇਸ਼ ਵਿੱਚ ਵਿਦੇਸ਼ ਵਿੱਚ ਬੈਠਾ, ਉੱਥੇ ਇਹ ਸਹੂਲਤ ਉਹਨੂੰ ਮਿਲ ਜਾਂਦੀ ਹੈ ਜੀ। ਪਰ ਜਿਹੜਾ ਤੁਸੀਂ ਆਮੋ ਸਾਹਮਣੇ ਬੈਠੇ ਆ, ਹਾਂਜੀ ਹਾਂਜੀ, ਆਪਣੇ ਤੋਂ ਵੱਡੇ ਛੋਟੇ ਨੂੰ ਕਿਵੇਂ ਮਿਲਣਾ ਆ, ਜੀ। ਗਾਇਕੀ ਵਿੱਚ ਤੁਹਾਡੇ ਦਾ ਪਾ ਕਿਹੋ ਜਿਹੇ ਹੋਣੇ ਚਾਹੀਦੇ, ਤੁਸੀਂ ਬੈਠਣਾ ਕਿਵੇਂ ਆ, ਤੁਸੀਂ ਬੋਲਣਾ ਕਿਵੇਂ ਆ, ਤੁਸੀਂ ਬਾਜੇ ਤੇ ਹੱਥ ਕਿਵੇਂ ਰੱਖਣਾ ਆ, ਜੀ। ਉਹ ਜਿਹੜੀਆਂ ਗੱਲਾਂ ਉਹ ਇਹਦੇ ਵਿੱਚ ਛੁੱਟ ਜਾਂਦੀਆਂ, ਉਹ ਰਹਿ ਜਾਂਦੀਆਂ। ਜੀ ਜੀ ਜੀ। ਉਹ ਤੇ ਫਿਰ ਉਸਤਾਦ ਦੇ ਤੁਸੀਂ ਸਾਹਮਣੇ ਬੈਠੇ ਹੁੰਦੇ ਜੀ, ਹਨਾ, ਜੀ, ਜੀ। ਉਹ ਤੁਹਾਨੂੰ ਉਹ ਸਾਰੀਆਂ ਗੱਲਾਂ ਦੱਸ ਸਕਦੇ ਨੇ। ਜੀ ਬਿਲਕੁਲ ਜੀ। ਸੋ ਬੇਸਿਕਲੀ 100% ਨਾ ਨਿਰਭਰ ਹੋਈਏ ਆਨਲਾਈਨ ਕਲਾਸਾਂ ਦਾ। ਉਸਤਾਦ ਅਤੇ ਸ਼ਾਗਿਰਦ ਦਾ ਜਿਹੜਾ ਜੀ ਇੱਕ ਰਿਲੇਸ਼ਨ ਹੁੰਦਾ ਨਾ, ਉਹਦੀ ਜਿਹੜੀ ਫੀਲਿੰਗ ਹੁੰਦੀ ਹੈ, ਜਿਹੜਾ ਅਦਬ ਅਤੇ ਸਤਿਕਾਰ ਹੁੰਦਾ, ਜੀ, ਉਹ ਜਿਹੜਾ ਆਨਲਾਈਨ ਨਹੀਂ ਸਿੱਖਿਆ ਜਾ ਸਕਦਾ। ਆਨਲਾਈਨ ਨਹੀਂ ਸਿੱਖਿਆ ਜਾ ਸਕਦਾ। ਸਾਡੇ ਬਿਲਕੁਲ ਜਿਹੜੇ ਪੁਰਾਤਨ ਕੀਰਤਨੀ ਹੈਗੇ ਸੀ ਉਸਤਾਦਾਂ ਦੇ ਕੋਲ, ਚਲੋ ਅੱਜ ਤੇ ਵਕਤ ਬਦਲ ਗਿਆ ਹੈਗਾ, ਉਹ ਵੇਲਾ ਹੈਗਾ ਸੀ ਵੀ ਜਿਸ ਵਕਤ 5-5 7-7 10-10 ਸਾਲ ਲਗਾਤਾਰ ਜੀ ਉਹ ਆਪਣੇ ਉਸਤਾਦਾਂ ਦੇ ਕੋਲ ਰਹਿ ਕੇ ਵਿਦਿਆ ਸਿੱਖਦੇ ਹੈਗੇ ਸੀ। ਜੀ ਜੀ, ਉਹ ਵਕਤ ਹੈਗਾ ਸੀ ਬਿਲਕੁਲ ਜੀ। ਔਰ ਉਹਦੇ ਉਹ ਵਿੱਚ ਜਿਹੜੀ ਚੀਜ਼ ਆ ਨਾ, ਉਹ ਉੱਥੇ ਸੰਗਤ ਵਿੱਚ ਜਾ ਕੇ ਉਸਤਾਦ ਦੇ ਕੋਲ ਜਾ ਕੇ ਹੀ ਪਤਾ ਲੱਗਦੀ ਹੈ। ਫਿਰ ਉਹ ਹੋਰ ਖਾਸ ਗੱਲ ਹੈਗੀ ਆ, ਮੈਂ ਆਉਣ ਤੋਂ ਪਹਿਲਾਂ ਇੱਥੋਂ ਨਾ ਸਾਡੇ ਅੰਮ੍ਰਿਤਸਰ ਸਾਹਿਬ ਉੱਥੇ ਮੇਰੇ ਘਰ ਦੇ ਲਾਗੇ ਗੁਰੂ ਘਰ ਹੈਗਾ ਇੱਕ, ਤੇ ਉੱਥੇ ਨਾ ਗੱਤਕਾ ਸਿਖਾਉਂਦੇ ਨੇ ਸਿੰਘ, ਅੱਛਾ ਜੀ, ਤੇ ਨਿੱਕੇ ਨਿੱਕੇ ਬੱਚਿਆਂ ਨੂੰ ਗੱਤਕਾ ਸਿਖਾਉਂਦੇ। ਉਹਦੇ ਵਿੱਚ ਜਿਹੜਾ ਅਦਬ ਸਿਖਾਇਆ ਜਾਂਦਾ ਨਾ, ਜੀ, ਸ਼ਸਤਰ ਵਿਦਿਆ ਤੋਂ ਪਹਿਲਾਂ ਉਸਤਾਦ ਉਹਨਾਂ ਨੂੰ ਅਦਬ ਸਿਖਾਉਂਦਾ ਜੀ, ਵੀ ਆਪਣੇ ਵੱਡਿਆਂ ਦੇ ਗੋਡਿਆਂ ਨੂੰ ਹੱਥ ਲਾਉਣਾ, ਜਿਹੜਾ ਉਹਨਾਂ ਗੱਜ ਕੇ ਫਤਿਹ ਗਜਾਉਣੀ ਆ, ਜੀ, ਤੇ ਪ੍ਰੇਮ ਦੇ ਨਾਲ ਮਿਲਣਾ ਵਾ। ਉਹ ਜਿਹੜੀ ਅਦਬ ਵਾਲੀ ਗੱਲ ਹੁੰਦੀ ਨਾ, ਹਾਂਜੀ ਹਾਂਜੀ, ਉਹ ਬਿਲਕੁਲ ਉਸਤਾਦ ਦੇ ਕੋਲ ਜਾ ਕੇ ਪ੍ਰਾਪਤ ਹੁੰਦੀ। ਬਿਲਕੁਲ ਬਿਲਕੁਲ ਜੀ। ਔਰ ਉਹ ਜਿਹੜੀ ਨਿਮਰਤਾ ਹੋਣੀ ਆ, ਹਾਂਜੀ, ਵੀ ਨਿੱਕੀ ਨਿੱਕੀ ਗੱਲ ਤੇ ਉਸਤਾਦ ਨੇ ਟੋਕਣਾ ਨਹੀਂ, ਇੱਥੇ ਤੂੰ ਹਾਂਜੀ, ਘਰ ਹੀ ਹੋ ਗਿਆ, ਹਾਂਜੀ, ਹਾਂਜੀ। ਨਹੀਂ ਇੱਥੇ ਨਿਮਰਤਾ 'ਚ ਰਹਿਣਾ ਹੈ। ਬਿਲਕੁਲ ਜੀ, ਉਹ ਬਿਲਕੁਲ। ਚੀਜ਼ਾਂ ਉਸਤਾਦ ਕੋਲੋਂ ਖੁਦ ਜਾ ਕੇ ਉੱਥੇ ਫੇਰ ਮਿਲਦੀਆਂ। ਬਿਲਕੁਲ ਜੀ। ਜ਼ਿੰਦਗੀ ਡਿਸਪਲਿਨ ਤੇ ਚੱਲਦੀ ਹੈ। ਬਿਲਕੁਲ। ਇੱਕ ਜਿਹੜਾ ਉਹ ਭੈ ਹੋਣਾ ਵੀ ਜ਼ਰੂਰੀ ਹੈ। ਇੱਕ ਜਿਹੜੀ ਤੁਸੀਂ ਗੱਲ ਕਹੀ, ਉੱਠਣਾ ਬੈਠਣਾ, ਹਾਂਜੀ, ਉਹ ਬਿਲਕੁਲ। ਸਿੱਖਣਾ, ਉਹ ਕਹਿ ਲਓ ਵੀ ਉਹ ਉੱਥੋਂ ਹੀ ਮਿਲੇਗਾ। ਸੋ ਬੇਸਿਕਲੀ 100% ਅਸੀਂ ਆਨਲਾਈਨ ਕਲਾਸਿਸ ਤੇ ਨਾ ਨਿਰਭਰ ਹੋਈਏ, ਫਾਇਦਾ ਜ਼ਰੂਰ ਉਹਦਾ ਲਈਏ, ਪਰ ਉਸਤਾਦ ਦੀ ਸੰਗਤ ਜਿਹੜੀ ਜ਼ਰੂਰ ਕਰੀਏ। ਸੋ ਅਸੀਂ ਜੀ ਇਸ ਐਪੀਸੋਡ ਦੇ ਬਿਲਕੁਲ ਅਖੀਰਲੇ ਅੰਕ ਵਿੱਚ ਪਹੁੰਚ ਚੁੱਕੇ ਹਾਂ। ਮੇਰੇ ਕੋਲ ਵੈਸੇ ਗੱਲ ਕਰਨ ਲਈ ਤਾਂ ਹੋਰ ਕਾਫੀ ਕੁਐਸਚਨ ਸੀਗੇ, ਬਟ ਹੁਣ ਸਮਾਂ ਸਾਨੂੰ ਉਨਾ ਇਜਾਜ਼ਤ ਨਹੀਂ ਦੇ ਰਿਹਾ। ਮੈਂ ਚਾਹਾਂਗਾ ਕਿ ਹੁਣ ਤੁਸੀਂ ਸੰਗਤ ਨੂੰ ਇੱਕ ਆਪਣਾ ਸ਼ਾਰਟ ਮੈਸੇਜ ਤੁਸੀਂ ਕੀ ਦੇਣਾ ਚਾਹੋਗੇ, ਖਾਸ ਕਰਕੇ ਇਸ ਆਤਮ ਰਸ ਕੀਰਤਨ ਦਰਬਾਰ ਦੇ ਮੁਤਲਕ? ਮੈਂ ਤੇ ਸਾਰੀਆਂ ਸੰਗਤਾਂ ਨੂੰ ਹੀ ਬੇਨਤੀ ਕਰਾਂਗਾ, ਜਿਵੇਂ ਜਗਵਿੰਦਰ ਸਿੰਘ ਟੋਨੀ ਵੈਸ ਉਹਨਾਂ ਨੇ ਤੁਹਾਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਸਾਰੀਆਂ ਖੁਸ਼ੀਆਂ ਮਨਾਉਂਦੇ ਹੋ, ਇਹ ਵੱਡੀਆਂ ਖੁਸ਼ੀਆਂ ਨੇ। ਤੁਸੀਂ ਗੁਰੂ ਘਰਾਂ ਵਿੱਚ ਆਓ, ਜਿੱਥੇ ਵੀ ਇਹਨਾਂ ਨੇ ਪ੍ਰੋਗਰਾਮ ਰੱਖੇ ਨੇ, ਆਪਾਂ ਸਾਰੇ ਸੰਗਤ ਰੂਪ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਪੁਰਬ ਮਨਾਈਏ। ਜਗਵਿੰਦਰ ਸਿੰਘ ਟੋਨੀ ਵੈਸ, ਭਾਈ ਗੁਰਰਾਜਨ ਸਿੰਘ ਜੀ, ਹੋਰ ਵੀ ਇਹਨਾਂ ਦੇ ਸਹਿਯੋਗੀ ਨੌਜਵਾਨ ਵੀਰਾਂ ਨੂੰ ਉਤਸ਼ਾਹ ਵੀ ਮਿਲੇਗਾ ਵੀ ਅਸੀਂ ਪ੍ਰੋਗਰਾਮ ਕੀਤਾ ਤੇ ਸੰਗਤਾਂ ਨੇ ਸਾਨੂੰ ਅਸੀਸਾਂ ਦਿੱਤੀਆਂ ਨੇ। ਇਸ ਲਈ ਇਹਨਾਂ ਨੇ ਆਪਣਾ ਫਰਜ਼ ਨਿਭਾਇਆ, ਤੁਸੀਂ ਵੀ ਜ਼ਰੂਰ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਆਤਮ ਰਸ ਕੀਰਤਨ ਦਰਬਾਰ ਵਿੱਚ ਜ਼ਰੂਰ ਪਹੁੰਚਣਾ ਜੀ। ਜੀ ਧੰਨਵਾਦ ਜੀ। ਭਾਈ ਸਾਹਿਬ ਜੀ, ਤੁਹਾਡਾ ਮੈਸੇਜ ਜੀ। ਤੇ ਇਹੀ ਸਾਰੀ ਸੰਗਤ ਨੂੰ ਬੇਨਤੀ ਹੈਗੀ ਆ ਜੀ, ਕਿ ਗੁਰੂ ਦੇ ਕੀਰਤਨ ਦੇ ਜ਼ਰੀਏ ਗੁਰੂ ਸਾਹਿਬ ਦੇ ਚਰਨਾਂ ਨਾਲ ਸਾਰਿਆਂ ਨੇ ਜੁੜਨਾ। ਅਸੀਂ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈਗੀ ਆ ਵੀ ਕੀਰਤਨ ਕੀਤਾ ਨਹੀਂ ਜਾਂਦਾ, ਗੁਰੂ ਕਰਾਉਂਦਾ ਹੈਗਾ ਜੀ ਜੀ। ਤੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਆਓ ਸਾਰੇ ਗੁਰੂ ਦੀ ਬਖਸ਼ਿਸ਼ ਲਈਏ। ਤੇ ਮੈਂ ਨਹੀਂ ਕਹਿੰਦਾ ਵੀ ਅਸੀਂ ਇਕੱਲੇ ਕੀਰਤਨੀਏ ਕੀਰਤਨ ਕਰੀਏ, ਮੈਂ ਕਹਿੰਦਾ ਸਾਰੀ ਸੰਗਤ ਹੀ ਮਿਲ ਕੇ ਕੀਰਤਨ ਕਰਕੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲਈਏ। ਜਿਹੜੀ ਕਿ ਬਖਸ਼ਿਸ਼ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰੇ ਜਗਤ ਦੇ ਉੱਤੇ ਕੀਰਤਨ ਦੇ ਜ਼ਰੀਏ ਕੀਤੀ ਹੈ, ਤੇ ਆਪਾਂ ਸਾਰੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲਈਏ ਜੀ। ਤੇ ਮਹਾਰਾਜ ਜੀ ਬਖਸ਼ਿਸ਼ ਕਰਨ, ਸਾਨੂੰ ਵੀ ਆਖਰੀ ਦਮ ਤੱਕ ਇਸੇ ਤਰ੍ਹਾਂ ਸਾਰੇ ਕੀਰਤਨੀਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਅਖੀਰਲੇ ਦਮ ਤੱਕ ਇਹ ਕੀਰਤਨ ਦੇ ਨਾਲ ਜੋੜੀ ਰੱਖਣ, ਤੇ ਤਾਂ ਜੋ ਸਾਡਾ ਜੀਵਨ ਦਾ ਜਿਹੜਾ ਪਾਰ ਉਤਾਰਾ ਹੋ ਸਕੇ। ਤੇ
ਤੇ ਖਾਸ ਕਰਕੇ ਮੈਂ ਅੱਜ ਜਿੱਥੇ ਸੰਗਤ ਟੀਵੀ ਦੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦਾ, ਸੰਗਤ ਟੀਵੀ ਦਾ ਉੱਤੇ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਭਰਾ ਹੀ ਕਹਿ ਲਓ, ਆਪਾਂ ਮਿੱਤਰ ਵੀ ਚਲੋ ਦੂਰ ਹੋ ਜਾਂਦਾ, ਸਾਡੇ ਵੀਰ ਜਗਵਿੰਦਰ ਸਿੰਘ ਟੋਨੀ ਭਾਜੀ, ਗੁਰਰਾਜਨ ਸਿੰਘ, ਜਿਨ੍ਹਾਂ ਦੇ ਨਾਲ ਸਾਡਾ ਭਰਾਵਾਂ ਵਾਲਾ ਸਨੇਹ ਹੈਗਾ। ਤੇ ਬੇਸ਼ੱਕ ਕਰੋਨੇ ਦੇ ਦੌਰਾਨ ਵੀ ਸਾਡਾ ਇਹਨਾਂ ਦੇ ਨਾਲ ਆਪਸ ਵਿੱਚ ਰਾਬਤਾ ਰਿਹਾ ਜੀ। ਤੇ ਅਸੀਂ ਸਮੇਂ ਦੀ ਭਾਲ ਹੀ ਕਰਦੇ ਰਹੇ ਹਾਂ ਮਿਲ ਕੇ। ਭਾਜੀ ਹੁਣੀ ਵੀ ਫੋਨ ਕਰਕੇ ਵੀ ਯਾਰ ਕੋਈ ਵਕਤ ਮਿਲੇ, ਜਿਸ ਵਕਤ ਹੀ ਵਕਤ ਮਿਲੀਏ ਤੇ ਸਾਰੇ ਮਿਲ ਕੇ ਉਹੀ ਆਨੰਦ ਲਈਏ। ਜੇ ਮਹਾਰਾਜ ਜੀ ਨੇ ਮੌਕਾ ਦਿੱਤਾ ਤੇ ਮੇਰਾ ਖਿਆਲ 2019 2 ਸਾਲ ਹੋ ਗਏ ਭਾਜੀ ਟੋਨੀ ਭਾਜੀ, ਬਿਲਕੁਲ 2 ਸਾਲ ਬਾਅਦ ਫੇਰ ਅਸੀਂ ਇੰਗਲੈਂਡ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਗਏ ਤੇ ਸਾਰੀ ਸੰਗਤ ਨੇ ਕਿਰਪਾ ਕਰਨੀ, ਸਾਨੂੰ ਸੀਸਾਂ ਦੇਣ ਪਹੁੰਚਣਾ, ਨਾਲ ਗੁਰੂ ਸਾਹਿਬ ਦੀ ਬਖਸ਼ਿਸ਼ ਲੈਣੀ ਹੈ ਜੀ। ਬਿਲਕੁਲ ਜੀ, ਬਹੁਤ ਖੂਬ ਜੀ। ਦੋਸਤੋ ਤੁਸੀਂ ਦੇਖਿਆ ਕਿ ਮਹਾਨ ਕੀਰਤਨੀਏ ਸਾਡੇ ਵਿੱਚ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਆ। ਤੁਸੀਂ ਵੱਧ ਤੋਂ ਵੱਧ ਫਾਇਦਾ ਚੱਕੋ, ਸਪੈਸ਼ਲੀ ਜਿਹੜੇ ਯੰਗਸਟਰ ਹੈ, ਕੀਰਤਨ ਸ਼ੁਰੂ ਕਰਨਾ ਚਾਹੁੰਦੇ ਆ ਜਾਂ ਇਸ ਫੀਲਡ ਦੇ ਵਿੱਚ ਆ ਚੁੱਕੇ ਹੈਗੇ ਆ, ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਕਿਉਂਕਿ ਆਤਮ ਰਸ ਕੀਰਤਨ ਦਰਬਾਰ ਇੱਕ ਵਿਲੱਖਣ ਸ਼ੈਲੀ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈਗਾ ਆ। ਉਮੀਦ ਹੈ ਤੁਸੀਂ ਬੜਾ ਕੁਝ ਸਿੱਖੋਗੇ। ਨਾਲ ਇੱਕ ਖਾਸ ਮੈਸੇਜ ਇਹ ਵੀ ਹੈ ਕਿ ਇਹਨਾਂ ਦੇ ਨਾਲ ਤੀਜਾ ਜੱਥਾ ਭਾਈ ਗਗਨਦੀਪ ਸਿੰਘ ਜੀ ਗੰਗਾ ਨਗਰ ਵਾਲਿਆਂ ਦਾ ਹੋਏਗਾ। ਉਹ ਅੱਜ ਕੁਝ ਮਜਬੂਰੀਆਂ ਕਰਕੇ ਸਾਡੇ ਸਟੂਡੀਓ ਦੇ ਵਿੱਚ ਨਹੀਂ ਆ ਸਕੇ, ਸੋ ਉਹ ਵੀ ਇਹਨਾਂ ਦੇ ਨਾਲ ਆਤਮ ਰਸ ਕੀਰਤਨ ਦਰਬਾਰ ਦੇ ਵਿੱਚ ਸ਼ੁਮਾਰ ਹੋਣਗੇ। ਸੋ ਅੱਜ ਦੇ ਐਪੀਸੋਡ ਦੇ ਵਿੱਚ ਬਸ ਇੰਨਾ ਹੀ। ਉਮੀਦ ਹੈ ਤੁਸੀਂ ਵੱਧ ਚੜ੍ਹ ਕੇ ਇਹਨਾਂ ਆਤਮ ਰਸ ਕੀਰਤਨ ਦਰਬਾਰਾਂ ਦੇ ਵਿੱਚ ਜ਼ਰੂਰ ਪਹੁੰਚੋਗੇ, ਹਾਜ਼ਰੀ ਲਵਾਓਗੇ, ਦੇ ਨਾਲ ਜੋ ਅਨਾਹਦ ਕੀਰਤਨ ਸੁਸਾਇਟੀ ਨੇ ਜੋ ਉਦਮ ਕੀਤਾ ਹੈ ਉਹਨੂੰ ਵੀ ਸਕਸੈਸਫੁਲ ਕਰੋਗੇ। ਸੋ ਭਾਈ ਸਾਹਿਬ ਜੀ, ਅਸੀਂ ਸੰਗਤ ਤੋਂ ਲਈਏ ਇਜਾਜ਼ਤ। ਸੋ ਦਿਓ ਜੀ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।